ਪੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੂਕ ਊਚਰੇ ਸਾਸਤਰ ਖਟ ਪਿੰਗ ਗਿਰਨ ਚੜ ਜਾਏ। ਆਂਦ ਲਖੇ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ बर न सके महिमा जो तिहारी। हम न सकत कार सिफत तुम्हारी। आप लिहो तुम कथा सुधारी। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਗੋਦ ਵਿੱਚ ਬਿਰਾਜਮਾਨ ਸਾਧ ਸੰਗਤ ਸਨਿਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਅੱਜ ਦਾ ਸਮਾਗਮ ਹੈ, ਜੋ ਸਤਿਕਾਰਯੋਗ ਭਾਈ ਜਸਬੀਰ ਸਿੰਘ ਜੀ ਦੇ ਗ੍ਰਹਿ ਵਿਖੇ ਹੋ ਰਿਹਾ ਹੈ, ਪਾਵਨ ਸ਼ਬਦ ਦੀ ਵਿਚਾਰ ਕਰਨ ਦਾ ਜੋ ਸਮਾਂ ਮਿਲਿਆ ਹੈ, ਇਹ ਸ਼ਬਦ ਰਾਗ ਸੋਰਠ ਵਿੱਚ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 616 ਅੰਕ ਤੇ ਸੁਸ਼ੋਭਤ ਹੈ। ਸ਼ਬਦ ਦੀ ਸ਼ੁਰੂਆਤ ਇੰਝ ਹੈ। ਸੋਰਠ ਮਹੱਲਾ ਪੰਜਵਾਂ। ਪਾਰ ਬ੍ਰਹਮ ਹੁਆ ਸਹਾਈ ਕਥਾ ਕੀਰਤਨ ਸੁਖਦਾਈ। ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ। ਇਹ ਵਿਸ਼ਾ ਹੈ। ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਤਨੇ ਵੀ ਸ਼ਬਦ ਨੇ ਔਰ ਉਹਨਾਂ ਦੀ ਜੋ ਵਿਆਖਿਆ ਕਰਦੇ ਨੇ ਵਿਦਵਾਨ ਪੁਰਸ਼, ਐਸਾ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਸ਼ਬਦ ਦਾ ਕੇਂਦਰੀ ਭਾਵ ਜਿਹੜਾ ਹੈ ਉਹ ਰਹਾਉ ਵਾਲੀ ਪੰਕਤੀ ਵਿੱਚ ਹੁੰਦਾ ਹੈ। ਰਹਾਉ ਵਾਲੀ ਪੰਕਤੀ ਹੈ। ਹਰ ਸਾਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਏ। ਹਰ ਬਿਸਰ ਨਾ ਕਬਹੂ ਜਾਈ। ਰਹਾਉ। ਹਰ ਸਾਚਾ ਸਿਮਰੋ ਭਾਈ। हे ਭਾਈ, ਜੋ ਹਰੀ ਹੈ ਉਹੀ ਸੱਚਾ ਹੈ ਔਰ ਉਸ ਨੂੰ ਯਾਦ ਕਰੋ। ਹਰੀ ਪ੍ਰਮਾਤਮਾ ਦਾ ਇੱਕ ਸਫਾਤੀ ਨਾਮ ਹੈ। ਉਹ ਜੋ ਪ੍ਰਮਾਤਮਾ ਹੈ ਉਹੀ ਸੱਚਾ ਹੈ, ਉਸ ਨੂੰ ਯਾਦ ਕਰੋ। ਸਾਧ ਸੰਗ ਸਦਾ ਸੁਖ ਪਾਈਏ। ਤੇ ਸਾਧ ਸੰਗਤ ਵਿੱਚ ਬੈਠ ਕੇ ਜਦੋਂ ਹਰੀ ਦੀ ਸਿਫਤ ਸਲਾਹ ਗਾਇਨ ਕਰਦੇ ਨੇ, ਉਸ ਵੇਲੇ ਇੱਕ ਆਤਮਿਕ ਸੁਖ ਜੀਵ ਨੂੰ ਮਿਲਦਾ ਹੈ, ਆਤਮਿਕ ਆਨੰਦ ਮਿਲਦਾ ਹੈ ਔਰ ਹਰੀ ਦੀ ਯਾਦ ਵੀ ਜਿਹੜੀ ਹੈ ਫਿਰ ਉਹ ਅੰਦਰ ਬਣੀ ਰਹਿੰਦੀ ਹੈ। ਆਓ ਥੋੜ੍ਹਾ ਜਿਹਾ ਹੁਣ ਵਿਸ਼ੇ ਦੀ ਤਰਫ ਆਈਏ। ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ। ਉਹ ਜੋ ਗੁਰੂ ਹੈ ਪੂਰਾ ਹੈ, ਪਰਮਾਤਮਾ ਹੀ ਗੁਰੂ ਹੈ। ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ।
ਤੇ ਉਸ ਸਿਫਤ ਸਲਾਹ ਤੋਂ ਉਹਨੂੰ ਯਾਦ ਕਰਨ ਦੇ ਨਾਲ ਕੀ ਮਿਲੇਗਾ? ਆਨੰਦ। ਜਪ ਆਨੰਦ ਕਰੋ ਨਿਤ ਪ੍ਰਾਣੀ। ਆਨੰਦ ਜਿਹੜਾ ਹੈ ਇਹਦੇ ਵਿੱਚ ਤੇ ਸੁੱਖ ਦੇ ਵਿੱਚ ਕੁਝ ਫਰਕ ਹੈ। ਇੰਝ ਕਹ ਲਓ ਜ਼ਮੀਨ ਅਸਮਾਨ ਦਾ ਫਰਕ ਹੈ। ਜਿਹੜਾ ਸੁੱਖ ਹੈ ਉਹ ਸੰਸਾਰ ਤੋਂ ਮਿਲਦਾ ਹੈ, ਪਦਾਰਥ ਤੋਂ ਮਿਲਦਾ ਹੈ। ਕਿਹੜੇ ਪਦਾਰਥ ਤੋਂ ਸੁੱਖ ਮਿਲਦਾ ਹੈ? ਜਿਸ ਪਦਾਰਥ ਨੂੰ ਤੁਸੀਂ ਆਪਣੇ ਅਨੁਕੂਲ ਕਰ ਲੈਂਦੇ ਹੋ। ਸੰਸਾਰ ਦੇ ਵਿੱਚ ਜੋ ਕੁਝ ਵੀ ਤੁਹਾਡੇ ਅਨੁਕੂਲ ਹੁੰਦਾ ਜਾਂਦਾ ਹੈ ਤੇ ਤੁਸੀਂ ਉਹਨੂੰ ਸੁੱਖ ਸਮਝਦੇ ਹੋ। ਹਵਾ ਵੀ ਪਦਾਰਥ ਹੈ, ਪਾਣੀ ਵੀ ਪਦਾਰਥ ਹੈ, ਮਿੱਟੀ ਵੀ ਪਦਾਰਥ ਹੈ। ਅਤਿਅੰਤ ਗਰਮੀ ਹੈ ਤੇ ਉਸ ਗਰਮ ਹਵਾ ਨੂੰ ਚੱਲਣਾ ਝੇਲਣਾ ਮੁਸ਼ਕਲ ਹੈ। ਫਿਰ ਇਸ ਹਵਾ ਨੂੰ ਮੈਂ ਕੀ ਕਰਾਂਗਾ? ਆਪਣੇ ਅਨੁਕੂਲ ਕਰਾਂਗਾ। ਅਨੁਕੂਲ ਕਿਵੇਂ ਕਰਾਂਗਾ? ਮੈਂ ਕਿਸੇ ਕੂਲਰ ਦੇ ਆਸਰਾ ਲਵਾਂਗਾ, ਪਾਣੀ ਦੇ ਨਾਲ ਜੋ ਠੰਡੀ ਹਵਾ ਹੈ ਮੈਨੂੰ ਪ੍ਰਾਪਤ ਹੋਵੇ। ਮੈਂ ਏਸੀ ਰੂਮ ਦਾ ਆਸਰਾ ਲਵਾਂਗਾ, ਏਸੀ ਦੇ ਨਾਲ ਮੈਨੂੰ ਜਿਹੜੀ ਠੰਡੀ ਹਵਾ ਪ੍ਰਾਪਤ ਹੋਵੇ। ਹੁਣ ਜੋ ਏਸੀ ਰੂਮ 'ਚ ਬੈਠ ਗਿਆ ਹੈ, ਬਾਹਰ ਕਿਤਨੀ ਵੀ ਗਰਮੀ ਹੈ ਪਰ ਉਹਨੂੰ ਤਾਂ ਕੋਈ ਗਰਮੀ ਨਹੀਂ, ਕਿਉਂਕਿ ਉਹ ਤਾਂ ਏਸੀ ਰੂਮ 'ਚ ਬੈਠਾ ਹੋਇਆ ਹੈ। ਉਹਨੇ ਹਵਾ ਨੂੰ ਆਪਣੇ ਅਨੁਕੂਲ ਕਰ ਲਿਆ, ਉਹ ਗਰਮੀ ਦੇ ਦੁੱਖ ਤੋਂ ਬਚ ਗਿਆ। ਇਸੇ ਤਰ੍ਹਾਂ ਬਹੁਤ ਸਰਦੀ ਹੈ, ਹਵਾ ਨੂੰ ਅਸੀਂ ਹੀਟ ਵੀ ਕਰ ਲੈਂਦੇ ਹਾਂ। ਪਾਣੀ ਹੈ, ਬਹੁਤ ਸਰਦੀ ਹੈ, ਅਸੀਂ ਉਹਨੂੰ ਗਰਮ ਕਰ ਲੈਂਦੇ ਹਾਂ। ਔਰ ਬਹੁਤ ਗਰਮੀ ਹੈ ਤੇ ਪਾਣੀ ਨੂੰ ਠੰਡਾ ਕਰਕੇ ਪੀਂਦੇ ਹਾਂ, ਆਪਣੇ ਅਨੁਕੂਲ ਕਰਦੇ ਹਾਂ, ਫਿਰ ਸਾਨੂੰ ਸੁੱਖ ਮਿਲਦਾ। ਮਿੱਟੀ ਨੂੰ ਉਪਜਾਊ ਕਰ ਲੈਂਦੇ ਹਾਂ। ਬੰਜਰ ਧਰਤੀ ਹੈ ਲੇਕਿਨ ਉਸ ਨੂੰ ਮਿਹਨਤ ਮਸ਼ੱਕਤ ਕਰਕੇ ਉਪਜਾਊ ਕਰ ਲੈਂਦੇ ਹਾਂ, ਫਸਲ ਬੀਜਣ ਦੇ ਅਨੁਕੂਲ ਕਰ ਲੈਂਦੇ ਹਾਂ। ਤੋ ਪਦਾਰਥ ਤੋਂ ਮਿਲਦਾ ਹੈ ਸੁੱਖ। ਕਿਹੜੇ ਪਦਾਰਥ ਤੋਂ? ਜਿਸ ਨੂੰ ਤੁਸੀਂ ਆਪਣੇ ਅਨੁਕੂਲ ਕਰ ਲਿਆ। ਆਨੰਦ ਮਿਲਦਾ ਹੈ ਪਰਮਾਤਮਾ ਤੋਂ। ਉਹ ਕਿਵੇਂ ਮਿਲਦਾ ਹੈ? ਜਿਤਨਾ ਤੁਸੀਂ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਕਰੀ ਜਾਂਦੇ ਹੋ, ਉਤਨਾ ਉਤਨਾ ਆਨੰਦ ਮਿਲਦਾ ਜਾਂਦਾ। ਸੁੱਖ ਬਾਣੀ ਦੇ ਵਿੱਚ ਕਿਤੇ ਕਿਤੇ ਸੁੱਖ ਨੂੰ ਆਨੰਦ ਦਾ ਰੂਪ ਵੀ ਦਰਸਾਇਆ ਹੈ। ਸੰਸਾਰ ਦੇ ਜਿਤਨੇ ਵੀ ਸੁੱਖ ਨੇ, ਕਿਉਂਕਿ ਪਦਾਰਥ ਨਾਸਵਾਨ ਹੈ, ਇਹ ਵੀ ਨਾਸਵਾਨ ਨੇ। ਇਹਨੂੰ ਅਲਪ ਸੁੱਖ ਕਹਿੰਦੇ ਨੇ, ਥੋੜ੍ਹੇ ਸਮੇਂ ਵਾਸਤੇ ਸੁੱਖ ਹੈ। ਲੇਕਿਨ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਅਗਰ ਤੂੰ ਅਬਨਾਸੀ ਸੁੱਖ ਚਾਹਨਾ ਹੈ ਨਾ, ਫਿਰ ਸਦਾ ਉਸ ਨਾਰਾਇਣ ਨੂੰ ਸਿਮਰ। ਗੁਰਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ। ਹੁਣ ਪੂਰੇ ਗੁਰੂ ਦੀ ਜਿਹੜੀ ਬਾਣੀ ਹੈ ਇਹਨੂੰ ਜਪਣਾ ਹੈ। ਮਸਕੀਨ ਜੀ ਦੇ ਕੋਲੋਂ ਕੁਛ ਦਾਤ ਮਿਲੀ ਹੈ। ਉਹ ਕਹਿੰਦੇ ਸੀ ਪੜ੍ਹਨ ਦੇ ਵਿੱਚ ਤੇ ਜਪਣ ਦੇ ਵਿੱਚ ਕੁਛ ਅੰਤਰ ਹੈ, ਜੋ ਉਹਨਾਂ ਦੇ ਖਿਆਲਾਤ ਨੇ। ਜ਼ਬਾਨ ਬਾਣੀ ਉਚਾਰਨ ਕਰੇ ਤੇ ਕੰਨ ਉਹਨੂੰ ਸੁਣਨ ਧਿਆਨ ਪੂਰਵਕ। ਅਕਸਰ ਜਦੋਂ ਕੋਈ ਸਿਮਰਨ ਕਰਦੇ ਨੇ, ਜਪ ਕਰਦੇ ਨੇ, ਨੇਤਰ ਬੰਦ ਕਰਕੇ ਵਾਹਿਗੁਰੂ 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 ਧਿਆਨ ਧੁਨ ਦੇ ਵਿੱਚ ਲਾਉਂਦੇ ਨੇ। ਫਿਰ ਇਹ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ। ਉਹ ਕਹਿੰਦੇ ਸੀ ਸਿਮਰਨ ਤੇ ਬਾਣੀ, ਬਾਣੀ ਵੀ ਉਹੀ ਅਵਸਥਾ ਦੇ ਦਿੰਦੀ ਹੈ ਜੋ ਵਾਹਿਗੁਰੂ ਸਿਮਰਨ ਦਾ ਜੋ ਮੰਤਰ ਜਪ ਕੇ ਪ੍ਰਾਪਤ ਹੁੰਦੀ ਹੈ। ਪਰ ਇਹਦੇ ਵਾਸਤੇ ਕਹਿੰਦੇ ਸੀ ਬਾਣੀ ਕੰਠ ਚਾਹੀਦੀ ਹੈ, ਕਿਉਂਕਿ ਜਦੋਂ ਅਸੀਂ ਬਾਹਰ ਮੁਖੀ ਧਿਆਨ ਕਰਦੇ ਹਾਂ, ਸਾਡਾ ਧਿਆਨ ਬਾਹਰ ਜਾਂਦਾ ਹੈ। ਲੇਕਿਨ ਜਦੋਂ ਅਸੀਂ ਕੰਠ ਬਾਣੀ ਹੋਏ ਤੇ ਉਹਨੂੰ ਪ੍ਰੇਮ ਨਾਲ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਉਦੋਂ ਫਿਰ ਕੰਨਾਂ ਦੇ ਰਾਹੀਂ ਇਹ ਬਾਣੀ ਅੰਦਰ ਪ੍ਰਵੇਸ਼ ਕਰਦੀ ਹੈ। ਔਰ ਇੱਕ ਐਸੀ ਅੰਮ੍ਰਿਤ ਧਾਰਾ ਹੈ, ਇਹ ਕੰਨਾਂ ਦੇ ਰਾਹੀਂ ਅੰਮ੍ਰਿਤ ਅੰਦਰ ਜਾਂਦਾ ਹੈ। ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੇ ਸੁਨ ਸ਼ਬਦ ਵਿਚਾਰਾ। ਤੋ ਆਨੰਦ ਜਿਹੜਾ ਹੈ ਉਹ ਪਰਮਾਤਮਾ ਤੋਂ ਮਿਲੇਗਾ।
ਇਸ ਸ਼ਬਦ ਦੇ ਵਿੱਚ ਜੋ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਹਰ ਸਾਚਾ ਸਿਮਰ ਹੋ ਪਾਈ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਇੱਕ ਪਰਮਾਤਮਾ ਦੇ ਨਾਲ ਜੋੜਿਆ ਹੈ। ਦੇਖੋ ਇਹ ਜਿਹੜੀ ਬਾਣੀ ਹੈ ਇਹ ਕੀ ਹੈ? ਥੋੜ੍ਹਾ ਜਿਹਾ ਇਹਦੇ ਉੱਤੇ ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ ਨੇ। ਸਭ ਤੋਂ ਪਹਿਲਾਂ ਰਿਸ਼ੀ ਮੁਨੀ ਜਿਹੜੇ ਜਿਨ੍ਹਾਂ ਨੇ ਜਪ ਤਪ ਕੀਤਾ, ਕਹਿੰਦੇ ਉਹਨਾਂ ਦਾ ਮਨ ਬਿਲਕੁਲ ਜਪ ਦੇ ਵਿੱਚ ਲੀਨ ਹੋ ਕੇ ਚੁੱਪ ਹੋ ਗਿਆ ਤੇ ਉਹਨਾਂ ਨੂੰ ਪਰਮਾਤਮਾ ਦੇ ਬੋਲ ਸੁਣਾਈ ਦਿੱਤੇ। ਸਭ ਤੋਂ ਪਹਿਲਾਂ ਸਾਡੇ ਕੋਲ ਗਿਆਨ ਹੈ ਧਰਮ ਦਾ ਵੇਦਾਂ ਦੇ ਰੂਪ ਵਿੱਚ, ਔਰ ਵੇਦਾਂ ਦਾ ਗਿਆਨ ਜਿਹੜਾ ਹੈ ਇਹਨੂੰ ਸ਼ਰੂਤੀ ਗਿਆਨ ਕਹਿੰਦੇ ਨੇ, ਸੁਣਿਆ ਹੋਇਆ ਹੈ। ਕਹਿੰਦੇ ਨੇ ਉਹ ਬੋਲ ਜਿਹੜੇ ਸਨ ਰਿਸ਼ੀਆਂ ਮੁਨੀਆਂ ਨੇ ਸੁਣੇ। ਉਹਨਾਂ ਦੀ ਭਾਸ਼ਾ ਸੰਸਕ੍ਰਿਤ ਸੀ। ਉਹਨਾਂ ਸੰਸਕ੍ਰਿਤ ਦੇ ਰਾਹੀਂ ਉਹਨਾਂ ਨੂੰ ਬਾਹਰ ਕੱਢਿਆ ਕਿ ਇਹ ਪਰਮਾਤਮਾ ਦੇ ਬੋਲ ਸਾਨੂੰ ਸੁਣਾਈ ਦਿੱਤੇ ਨੇ। ਇਹ ਬੋਲ ਉਸ ਪਰਮਾਤਮਾ ਦੇ ਨੇ, ਆਕਾਸ਼ ਤੋਂ ਬੋਲ ਆਏ ਨੇ, ਆਕਾਸ਼ਵਾਣੀ। ਇਹ ਸਾਡੇ ਦਿਮਾਗ ਦੇ ਵਿੱਚੋਂ ਨਹੀਂ ਨਿਕਲੇ, ਇਹ ਉੱਪਰੋਂ ਆਏ ਨੇ। ਔਰ ਉਹਨਾਂ ਬੋਲਾਂ ਨੂੰ ਫਿਰ ਸੀਨਾ ਬਸੀਨਾ ਜਿਹੜਾ ਹੈ ਕਹਿੰਦੇ ਨੇ ਰਿਸ਼ੀ ਮੁਨੀ ਦੂਸਰਿਆਂ ਨੂੰ ਦੱਸਦੇ ਰਹੇ। ਫਿਰ ਵਿਆਸ ਰਿਸ਼ੀ ਜੀ ਇੱਕ ਰਿਸ਼ੀ ਹੋਏ ਨੇ ਜਿਨ੍ਹਾਂ ਦਾ ਨਾਮ ਵਿਆਸ ਸੀ। ਦਰਿਆ ਦੇ ਕੰਢੇ 'ਤੇ ਬੈਠ ਕੇ ਉਹਨਾਂ ਬੋਲਾਂ ਨੂੰ ਕਲਮਬੰਦ ਕਰ ਦਿੱਤਾ। ਉਸ ਤੋਂ ਬਾਅਦ ਅਗਰ ਲਈਏ ਤੇ ਜੋ ਕੁਰਾਨ ਦੇ ਵਿੱਚ ਬੋਲ ਨੇ, ਅਹਿਲੇ ਇਸਲਾਮ ਸਾਰਾ ਕਹਿੰਦਾ ਹੈ ਇਹ ਇਲਹਾਮ ਹੋਇਆ ਹੈ, ਖੁਦਾ ਦੀ ਤਰਫੋਂ ਕਲਾਮ ਆਇਆ ਹੈ। ਇਹ ਬੋਲ ਖੁਦਾ ਦੇ ਨੇ ਔਰ ਜਿਨ੍ਹਾਂ ਦੇ ਰਾਹੀਂ ਬਾਹਰ ਆਏ ਉਹਨਾਂ ਦਾ ਨਾਮ ਸੀ ਮੁਹੰਮਦ ਸਾਹਿਬ। ਔਰ ਮੁਹੰਮਦ ਸਾਹਿਬ ਦਾ ਜੀਵਨ ਨਾ ਜ਼ਿਆਦਾ ਇਸ ਪਾਸੇ ਜਾਈਏ, ਉਹ ਚਿੱਟੇ ਅਨਪੜ੍ਹ ਸਨ, ਕੁਛ ਪੂਰਬਲੇ ਸੰਸਕਾਰ, ਈਮਾਨਦਾਰ, ਈਮਾਨ ਉਹਨਾਂ ਦੇ ਕੋਲ ਬਹੁਤ ਸੀ। ਔਰ ਖਦੀਜਾ ਇੱਕ ਵਪਾਰਨ ਔਰਤ ਸੀ, ਉਹਦੇ ਕੋਲੇ ਨੌਕਰੀ ਕਰਦੇ ਸਨ। ਇਤਨਾ ਈਮਾਨ ਨੂੰ ਮੁੱਖ ਰੱਖਦੇ ਸਨ, ਪਾਈ ਪਾਈ ਦਾ ਹਿਸਾਬ ਉਹਨੂੰ ਦੇ ਦਿੰਦੇ ਸਨ। ਤੇ ਇੱਕ ਦਿਨ ਉਹਨਾਂ ਦੀ ਇਸ ਈਮਾਨਦਾਰੀ ਨੂੰ ਭਾਗ ਲੱਗਾ। ਖਦੀਜਾ ਵਿਧਵਾ ਸੀ, ਉਹਨੇ ਵਿਆਹ ਦੀ ਪੇਸ਼ਕਸ਼ ਕਰ ਦਿੱਤੀ ਔਰ ਇਹ ਨੌਕਰ ਤੇ ਮਾਲਕਣ ਦਾ ਰਿਸ਼ਤਾ ਜਿਹੜਾ ਸੀ ਪਤੀ ਪਤਨੀ ਦਾ ਹੋ ਗਿਆ। ਹੁਣ ਇਤਨਾ ਵੱਡਾ ਪਦਾਰਥ ਮਿਲ ਗਿਆ। ਇਮਾਨਦਾਰੀ ਕੀ ਹੈ? ਮੈਂ ਪਰਾਇਆ ਹੱਕ ਨਹੀਂ ਲੈਣਾ, ਛੱਡਦੇ ਰਹੇ ਰੱਬ ਦੇ ਨਾਂ 'ਤੇ। ਹਰੇਕ ਨੂੰ ਇਹ ਮੌਕਾ ਮਿਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੋਲ ਨੇ, ਅਗਰ ਪਰਮਾਤਮਾ ਦੀ ਨੇੜਤਾ ਮੰਨਣੀ ਹੈ ਤੇ ਤੈਨੂੰ ਆਚਰਣ ਦਾ ਉੱਚਾ ਹੋਣਾ ਜ਼ਰੂਰੀ ਹੈ। ਪਰ ਧਨ ਪਰ ਦਾਰਾ ਪਰ ਹਰੀ, ਤਾਕੈ ਨਿਕਟ ਬਸੈ ਨਰ ਹਰੀ। पर धन को माटी माने पर त्रिया मात समान, इतने पर हरि ना मिले तो तुलसीदास चमान। पराए धन तो उच्चा उठना बिना परमात्मा दे डर तो नहीं उच्चा उठिया जा सकता। हक दे विच रहना। और गुरु साहब दे बचन ने कि हक पराया नानका, उस सूअर उस गाय, गुर पीर हामा तां भरे, जा मुर्दार ना खाए। मुर्दार की ये पराया हक, कूड़ बोल मुर्दार खाए। तो गुरु पीर ओदी मदद नहीं करता। और मस्कीन जी का तो ऐसा कहना, अगर कोई पराया हक खा रहा है तो फिर भी गुरु पीर ओदी मदद करता है, तो गुरु पीर ते भी शक हो जाता है गुरु पीर है भी है कि नहीं। हक ते रहना सच। तो इस तरह ईमानदार सन। इतना भाग लगा, इतना भाग लगा और इतना वड्डा शुकराना उन्होंने किया। उन्होंने अंदरों खुदा प्रगट हो गया। जो बोल निकले सब तो पहला, और इन्हां दी घर वाली खदीजा कहन लगी, मुहम्मद मैनू शक है ये बोल तुहाडे नहीं हैं। ते कहन लगे खदीजा ठीक समझी है, मुहम्मद ते चुप कर गया है, हुण पता नहीं खुदा की बोली जा रहा है। वो बोल कुरान दे विच दर्ज ने, पर इतना है कि जेड़े वेदां दे विच बोल ने वो भी लंबे समय बाद जेड़े ने उन्हां नूं एकत्र किया गया। कुरान दीआं आयतां भी मुहम्मद साहब तो काफ़ी समय बाद उन्हां नूं एकत्र किया गया।
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜੋ ਗੁਰੂ ਨਾਨਕ ਸਾਹਿਬ ਜੀ ਦੇ ਰਸਨਾ ਤੋਂ ਬੋਲ ਨਿਕਲੇ ਨੇ ਔਰ ਕਹਿੰਦੇ ਨੇ ਇਹ ਬੋਲ ਮੇਰੇ ਨਹੀਂ ਹਨ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੂ। ਇਹ ਤੇ ਖਸਮ ਦੇ ਬੋਲ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਕਹਿਣਾ, ਇਹ ਇਤਨੇ ਤਰ੍ਹਾਂ ਦੀ ਛੰਦਾਬੰਦੀ ਜੋ ਪ੍ਰਭੂ ਦੀ ਸਿਫਤ ਸਲਾਹ ਦੇ ਰੂਪ ਵਿੱਚ ਆਪਾਂ ਕਰ ਰਹੇ ਹਾਂ, ਇਹ ਮੇਰੇ ਦਿਮਾਗ ਦੀ ਕਿਰਤ ਨਹੀਂ ਹੈ। ਹਾਂ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਉਛੀ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਤਨੇ ਵੀ ਬੋਲ ਨੇ ਇਹ ਪਰਮਾਤਮਾ ਦੇ ਬੋਲ ਨੇ। ਔਰ ਸਭ ਤੋਂ ਵੱਡੀ ਇੰਝ ਕਹਿ ਲਓ ਮਾਨਵ ਜਾਤੀ ਦੀ, ਮਨੁੱਖਤਾ ਦੀ ਇਹ ਬਹੁਤ ਵੱਡੀ ਖੁਸ਼ਕਿਸਮਤੀ ਹੈ ਕਿ ਵਕਤ ਦੇ ਪੈਗੰਬਰ ਨੇ ਇਹਨੂੰ ਸਾਰੀ ਨੂੰ ਕਲਮਬੰਦ ਕੀਤਾ। ਆਪਣੀ ਹਾਜ਼ਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਸਰੂਪ ਅਸੀਂ ਦਰਸ਼ਨ ਕਰਦੇ ਹਾਂ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਇਸ ਨੂੰ ਲਿਖਵਾਇਆ। ਔਰ ਬਕਾਇਦਾ ਉਹਨਾਂ ਦੀ ਆਪਣੀ ਨਿਗਰਾਨੀ ਦੇ ਵਿੱਚ ਆਪ ਉਹਨਾਂ ਨੇ ਇਸ ਸਰੂਪ ਨੂੰ ਨਮਸਕਾਰ ਕੀਤੀ ਹੈ ਔਰ ਕਿਹਾ ਹੈ ਇਹ ਬੋਲ ਜਿਹੜੇ ਨੇ ਪਰਮਾਤਮਾ ਦੇ ਬੋਲ ਨੇ, ਮੈਂ ਖੁਦ ਇਹਨਾਂ ਦੀ ਤਾਬਿਆ ਦੇ ਵਿੱਚ ਹਾਂ। ਹੁਣ ਉਹਨਾਂ ਬੋਲਾਂ ਦੇ ਨਾਲ ਜੁੜਨਾ ਪਰਮਾਤਮਾ ਦੇ ਨਾਲ ਜੁੜਨਾ ਹੈ। ਕੁਰਾਨ 'ਚ ਜਿਹੜੇ ਬੋਲ ਨੇ, ਅਗਰ ਕੋਈ ਉਹਨਾਂ ਬੋਲਾਂ ਦੇ ਅਨੁਸਾਰ ਹੀ ਚੱਲਦਾ ਹੈ, ਉਹਨਾਂ ਨੂੰ ਪੜ੍ਹਦਾ ਹੈ, ਉਹਨਾਂ ਦੇ ਅਨੁਸਾਰ ਚੱਲਣ ਦਾ ਯਤਨ ਕਰਦਾ ਹੈ, ਉਹ ਖੁਦਾ ਦੀ ਨੇੜਤਾ ਨੂੰ ਲੈ ਲੈਂਦਾ। ਕਿਉਂਕਿ ਬੋਲ ਖੁਦਾ ਦੇ ਨੇ, ਉਹ ਖੁਦਾ ਦੀ ਨੇੜਤਾ ਨੂੰ ਮਾਣਦਾ ਹੈ। ਅਗਰ ਵੇਦਾਂ ਦੇ ਵਿੱਚ ਜਿਹੜੇ ਬੋਲ ਨੇ ਕੋਈ ਉਹਨਾਂ ਨੂੰ ਸੁਣਦਾ ਹੈ, ਪੜ੍ਹਦਾ ਹੈ, ਉਹਨਾਂ ਦੇ ਅਨੁਸਾਰ ਹੀ ਚੱਲਦਾ ਹੈ, ਤੇ ਉਹ ਪਰਮਾਤਮਾ ਦੀ ਪ੍ਰਸੰਨਤਾ ਲੈ ਲੈਂਦਾ, ਨੇੜਤਾ ਲੈ ਲੈਂਦਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੇ ਬੋਲ ਨੇ ਪਰਮਾਤਮਾ ਦੇ, ਇਹ ਸਾਰੇ ਬਚਨ ਪਰਮਾਤਮਾ ਦੇ ਬੋਲ ਨੇ। ਮਹਾਰਾਜ ਦੇ ਵਾਕ ਵੀ ਨੇ, ਤੇਰੇ ਬਚਨ ਅਨੂਪ ਆਪਾਰ, ਸੰਤਨ ਆਧਾਰ, ਬਾਣੀ ਵਿਚਾਰੀਏ ਜੀਓ। ਫਿਰ ਇਹ ਬੋਲ ਜਿਹੜੇ ਨੇ ਆਤਮਕ ਠੰਡ ਪਾਉਂਦੇ ਨੇ। ਸੁਣ ਕਰ ਬਚਨ ਤੁਮਾਰੇ ਸਤਿਗੁਰ, ਮਨ ਤਨ ਮੇਰਾ ਠਾਰ ਥਿਓ। ਅਗਰ ਕੋਈ ਇਸ ਬਾਣੀ ਦੇ ਅਨੁਸਾਰ ਚੱਲਦਾ ਹੈ, ਪਰਮਾਤਮਾ ਦੀ ਨੇੜਤਾ ਨੂੰ ਮਾਣਦਾ ਹੈ। ਔਰ ਪਰਮਾਤਮਾ ਗੁਰੂ ਨਾਨਕ ਦੇਵ ਮਹਾਰਾਜ ਦਾ ਜਾਂ 10 ਗੁਰੂ ਸਾਹਿਬਾਨਾਂ ਨੇ ਜੋ ਸਾਨੂੰ ਦੱਸਿਆ ਹੈ, ਉਹਨਾਂ ਦਾ ਪਰਮਾਤਮਾ ਨਿਰਆਕਾਰ ਹੈ, ਉਹਦਾ ਕੋਈ ਆਕਾਰ ਨਹੀਂ ਹੈ। ਔਰ ਨਾ ਹੀ ਉਹਨਾਂ ਨੂੰ ਕਿਸੇ ਨੇ ਥਾਪਿਆ ਹੈ, ਨਾ ਕਿਸੇ ਨੇ ਬਣਾਇਆ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਜੋ ਨਿਰੰਜਨ ਹੈ, ਕਾਲਖ ਤੋਂ ਰਹਿਤ, ਮਾਇਆ ਤੋਂ ਨਿਰਲੇਪ ਹੈ, ਉਹਨੇ ਆਪਣਾ ਪਸਾਰਾ ਆਪਣੇ ਆਪ ਤੋਂ ਕੀਤਾ ਹੈ। ਉਹ ਕਿਸੇ ਦਾ ਥਾਪਿਆ ਹੋਇਆ ਨਹੀਂ ਹੈ, ਨਾ ਕਿਸੇ ਦਾ ਬਣਾਇਆ ਹੋਇਆ ਹੈ। ਉਹਦੇ ਨਾਲ ਸਾਨੂੰ ਜੋੜਿਆ ਹੈ ਬਾਣੀ ਦੇ ਵਿੱਚ। ਔਰ ਉਹ ਕੀ ਹੈ? ਸੈਭੰਗ ਸਵੈਮ ਭੂ, ਆਪਣੇ ਆਪ ਤੋਂ ਆਪ ਭੂ ਹੋਇਆ ਹੈ। ਤੇ ਉਹਦੇ ਜਿਹੜੇ ਬੋਲ ਨੇ ਉਹਨਾਂ ਨੂੰ ਮਹਾਰਾਜ ਨੇ ਫਿਰ ਇੰਝ ਕਿਹਾ ਹੈ ਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਈ। ਇਹ ਬਾਣੀ ਨਿਰੰਕਾਰ ਦਾ ਰੂਪ ਹੈ, ਕਿਉਂਕਿ ਨਿਰੰਕਾਰ ਦੇ ਬੋਲ ਨੇ। ਮਸਕੀਨ ਜੀ ਦੇ ਮੁਤਾਬਕ ਜੋ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ ਕਿ ਜੋ ਸ਼ਬਦ ਰੂਪ ਦੇ ਵਿੱਚ ਗੁਰੂ ਹੈ, ਪ੍ਰਕਾਸ਼ ਰੂਪ ਦੇ ਵਿੱਚ ਉਹੀ ਪਰਮਾਤਮਾ ਹੈ। ਜੋ ਪ੍ਰਕਾਸ਼ ਰੂਪ ਦੇ ਵਿੱਚ ਪਰਮਾਤਮਾ ਹੈ, ਸ਼ਬਦ ਰੂਪ ਵਿੱਚ ਉਹੀ ਗੁਰੂ ਹੈ। ਇਸ ਕਰਕੇ ਨਾਨਕ ਸੋਧੇ ਸਿਮਰਤ ਭੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਦੇਖੋ, ਜੋਤ ਰੂਪ ਹਰ ਆਪ, ਗੁਰੂ ਨਾਨਕ ਕਹਾਇਓ। ਨਾਨਕ ਜੀ ਦੇ ਅੰਦਰ ਜਿਹੜਾ ਸ਼ਬਦ ਹੈ ਉਹ ਗੁਰੂ ਹੈ, ਉਹ ਪਰਮਾਤਮਾ ਦੀ ਜੋਤ ਗੁਰੂ ਹੈ। ਜਿਸ ਤਰ੍ਹਾਂ ਉਹ ਜੋਤ ਲਹਿਣਾ ਜੀ ਦੇ ਅੰਦਰ ਟਿਕਾਉਂਦੇ ਨੇ, ਅੰਗਾਂ ਦੇ ਨਾਲ ਲਾ ਕੇ ਫਿਰ ਉਹਨਾਂ ਦੀ ਪਰਿਕਰਮਾ ਕਰਦੇ ਨੇ।
ਨਿਰਾ ਪ੍ਰਕਰਮਾ ਨਹੀਂ ਕਰਦੇ, ਮੱਥਾ ਵੀ ਟੇਕਦੇ ਨੇ। ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਹੀ ਖਟੀਏ। ਕੱਲ ਤੱਕ ਤੇ ਲੈਣਾ ਹੀ ਲੈਣਾ ਕਹਿੰਦੇ ਸਨ, ਅੱਜ ਗੁਰੂ ਜੋਤ, ਗੁਰੂ ਸ਼ਬਦ ਲੈਣਾ ਜੀ ਦੇ ਅੰਦਰ ਟਿਕ ਗਿਆ। ਤੇ ਗੁਰੂ ਅੰਗਦ ਦੇਹੀ ਗੁਰੂ ਨਹੀਂ ਹੈ, ਸ਼ਬਦ ਗੁਰੂ ਹੈ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਤੇ ਅਮਰੂ ਨਥਾਵਾਂ ਕਹਿੰਦੇ ਸਨ, ਲੋਕ ਤਾਨੇ ਵੀ ਮਾਰਦੇ ਸਨ। ਲੇਕਿਨ ਜਿਸ ਦਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਹ ਜੋਤ ਉਸ ਹਿਰਦੇ ਵਿੱਚ ਟਿਕਾ ਦਿੱਤੀ, ਤੇ ਧੰਨ ਗੁਰੂ ਅਮਰਦਾਸ ਜੀ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਕਹਿਲਾਏ। ਤਾਂ ਸ਼ਬਦ ਗੁਰੂ ਹੈ। ਅਸੀਂ ਸ਼ਬਦ ਦੇ ਨਾਲ ਜੁੜਨਾ ਹੈ। ਦੇਹੀ ਅੱਜ ਹੈ ਤੇ ਕੱਲ ਨਹੀਂ, ਲੇਕਿਨ ਸ਼ਬਦ ਜਿਹੜਾ ਹੈ ਇਹ ਤੇ ਜੁਗੋ ਜੁਗ ਅਟਲ ਹੈ। ਦੇਖਦੇ ਹਾਂ ਆਨੰਦ ਜਿਹੜਾ ਹੈ परमात्मा ही आनंद है, आनंद ही परमात्मा है। मैं थोड़ा जिहा इहनूं होर बोलां। पदार्थ विचों सुख मिलिया है, बहुत चंगी पदार्थ खाधा है, थोड़ी देर वास्ते सुख मिल गया, आहा फिर कह देने आनंद आ गया। ये भी कह देने शाके आनंद आ गया। कोई बहुत अच्छी बाइक मिल गई है तो असीं कहने वाह कमाल, इस तरह सुख मिल गया, आनंद आ गया। इस तरह बाकी पदार्थों की गिनती करी चलो। लेकिन ये जड़ा आनंद है शान भंगर है, इनकी कह लो बिरख दी छाया है। छाया दे विच इतनी एक बड़ी इनकी कह लो भी खूबी है कि गर्मी का सताया होया मनुख एसी रूम च बह गया, कीता ते कुछ भी नहीं, ठंड मिल गई। पर केवल तन नूं ठंड मिली है, मन ते तप रहा है। मन नूं एसी नहीं ठंडा कर सकता, मन नूं ते परमात्मा की सिफत सलाह की बाणी ठंडा करेगी। जियो तपत है बारो बार, तब तप खपै बहुत बेकार। जय तन बाणी विसर जाए, ज्यों पक्का रोगी विल लाए। जिस मनुख नूं परमात्मा की सिफत सलाह की बाणी विसर जाती है, ਉਹਦਾ अंदर इतना क तपदा है जिवें कोड़ी का रोग जिहड़ा है, कोड़ का रोग किसी नूं हो जाए तो कोड़ी का अंदर बहुत तपदा है, बहुत तपदा है। और ये प्रतख मैं देखिया है। एक चंदा लै रहे सन गुरु रामदास कुष्ट आश्रम वाले, ते मन च ख्याल आया उन्हां वल देख के, मैं क्या आओ थानू चाह पिला दीए। दो जाने सन, कहने लगे नहीं ठंडा पिला दे। मैं चलो ठंडा पिला देने। ठंडा पीण तो पहला कहने लगे भी पानी दिओ। मैं कहा बाबा जी ठंडा आ गया तुसी वो पी, नहीं पानी दिओ। कहता दुकानदार दी रसना तो भी निकल गया भी ठंडा आ गया, वो कहते पानी दिओ। चलो उन्होंने पहला पानी दिता, उस तो बाद कहने लगा, थोड़ा जिहा उन्हें ठंडा पीता तो मैं बाबा ये की गल है। कहने लगे जिहड़ी असी दवाई खाने हैं ना रोज़, वो अंदर इन्नी क तपश पा देंदी है, सानू बार बार पानी पीना पैंदा है, बार बार पानी पीना पैंदा। मैनू फिर ये बोल चेते आए कि महाराज ने उस समय का, क्योंकि उदों कोड़ का इलाज नहीं सी, उन्होंने पक्का रोग किया कि जियो तपत है बारो बार, तप तप खपे बहुत बेकार। जय तन बाणी विसर जाए, ज्यों पक्का रोगी विल लाए। ये ते उहदे तन की हालत है। तन ठंडा है पर मन बड़ा तप रहा है, तृष्णा की अगन दे विच, ईर्खा की अगन दे विच, लोभ की अगन दे विच। हैरान हो गए। महाराज ने कहा है असी सागर किनू कहने आ जिहदे विच बहुत सारिया पानी दियां नदियां पै जांदियां ने, ते जिथे ये चार नदियां पैंदियां होण जिस हिरदे विच, ओदी की हालत होएगी। हंस हेत लोभ कोप, चारै नदियां अग, पवह दज्जह नानका, तरिए करमी लग। कितना लोभ तपा देंदा है, कितना क्रोध तपा देंदा है, बेकार कितना तपा देंदे ने, ये असी समझते हैं।
ਤੇ ਮਹਾਰਾਜ ਨੇ ਕਿਹਾ ਇਹਨਾਂ ਸਾਰਿਆਂ ਦਾ ਇਲਾਜ ਕੀ ਹੈ? ਇਹਨਾਂ ਦਾ ਇਲਾਜ ਸਤਿਗੁਰੂ ਕਹਿੰਦੇ ਨੇ, ਨ ਸੀਤਲੰਗ ਚੰਦਰ ਦੇਵ ਨ ਸੀਤਲੰਗ ਬਾਵਨ ਚੰਦਨ ਨ ਸੀਤਲੰਗ ਸੀਤ ਰੁਤੇਣ ਨਾਨਕ ਸੀਤਲੰਗ ਸਾਧ ਸਵਜਨ। ਚੰਦਰਮਾ ਦੀ ਜਿਹੜੀ ਚਾਂਦਨੀ ਹੈ ਉਹ ਵੀ ਤਨ ਨੂੰ ਠੰਡਿਆਂ ਕਰਦੀ ਹੈ, ਮਨ ਨੂੰ ਨਹੀਂ। ਚੰਦਨ ਦਾ ਲੇਪ ਕਰ ਦਈਏ, ਪੁਰਾਤਨ ਤਰੀਕਾ, ਤਨ ਨੂੰ ਠੰਡਿਆਂ ਕਰ ਦਿੰਦਾ ਹੈ, ਮਨ ਨੂੰ ਨਹੀਂ। ਫਿਰ ਇਹਦੀ ਵਿਆਖਿਆ ਮਹਾਰਾਜ ਨੇ ਆਪ ਹੀ ਕੀਤੀ ਹੈ, ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟੇ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਇਸ ਕਰਕੇ ਉਸ ਹਰੀ ਦੇ ਨਾਮ ਨੂੰ ਜਪਣਾ, ਬਾਰੰਬਾਰ ਜਪਣਾ, ਬਾਰ ਬਾਰ ਹਰ ਕੇ ਗੁਣ ਗਾਓ, ਬਾਰ ਬਾਰ ਪ੍ਰਭ ਜਪੀਏ। ਕੀ ਹੋਵੇਗਾ? ਅੰਦਰ ਯਾਦ ਪਰਮਾਤਮਾ ਦੀ ਆ ਜਾਏਗੀ, ਬਣ ਜਾਏਗੀ। ਤੇ ਜਦ ਤੱਕ ਮਨ ਦੇ ਵਿੱਚ ਪਰਮਾਤਮਾ ਦੀ ਯਾਦ ਹੈ, ਬੰਦਾ ਆਨੰਦ ਵਿੱਚ ਹੈ। ਤੁਧ ਚਿਤ ਆਏ ਮਹਾ ਆਨੰਦਾ। ਜਿਤਨੇ ਵੀ ਅਨਰਥ ਬੰਦੇ ਦੇ ਕੋਲੋਂ ਹੁੰਦੇ ਨੇ, ਉਦੋਂ ਹੁੰਦੇ ਜਦੋਂ ਪਰਮਾਤਮਾ ਦੀ ਯਾਦ ਨੂੰ ਇੱਕ ਪਾਸੇ ਕਰ ਦਿੰਦਾ ਹੈ। ਅਗਰ ਪਰਮਾਤਮਾ ਦੀ ਯਾਦ ਅੰਦਰ ਬਣੀ ਰਹੇ, ਪਰਮਾਤਮਾ ਨੂੰ ਨੇੜੇ ਦੇਖਦਾ ਰਹੇ, ਉਹ ਤੇ ਬੁਰਾ ਸੋਚ ਵੀ ਨਹੀਂ ਸਕਦਾ। ਬੁਰਾ ਕਰਨਾ ਤੇ ਦੂਰ ਦੀ ਗੱਲ ਹੈ। ਨਿਕਟ ਦੇਖੈ ਸੋ ਬੁਰਾ ਕਿਉਂ ਕਰੇ। ਸੋ ਇਸ ਸ਼ਬਦ ਦੇ ਵਿੱਚ ਮਹਾਰਾਜ ਨੇ ਕਿਹਾ ਹੈ, ਭਾਈ ਹਰ ਸਾਚਾ ਸਿਮਰੋ ਭਾਈ। हे ਭਾਈ, ਉਸ ਹਰੀ ਨੂੰ, ਉਸ ਸੱਚੇ ਨੂੰ, ਉਹ ਜੋ ਪਰਮਾਤਮਾ ਹੈ, ਉਹਨੂੰ ਯਾਦ ਕਰੋ। ਸਾਧ ਸੰਗ ਸਦਾ ਸੁਖ ਪਾਈਏ। ਉਹ ਸਦੀਵ ਕਾਲ ਦਾ ਸੁਖ, ਆਤਮਕ ਆਨੰਦ ਮਿਲ ਜਾਂਦਾ ਹੈ ਕਿ ਹਰੀ ਦੀ ਯਾਦ ਵਿਸਰਦੀ ਨਹੀਂ ਹੈ, ਆਨੰਦ ਬਣਿਆ ਰਹਿੰਦਾ ਹੈ। ਚਲੋ ਇੱਕ ਹੋਰ ਸ਼ਬਦ ਸਾਹਮਣੇ ਆਇਆ, ਪਰਮਾਤਮਾ ਦਾ ਨਾਮ ਜਪਣ ਦੇ ਨਾਲ, ਉਹਨੂੰ ਯਾਦ ਕਰਨ ਦੇ ਨਾਲ, ਉਹਦੀ ਸਿਫਤ ਸਲਾਹ ਕਰਨ ਦੇ ਨਾਲ ਕੀ ਹੁੰਦਾ ਹੈ? ਜਿਹੜੀ ਅਸੀਂ ਉਹਦੀ ਬਾਣੀ ਪੜ੍ਹਦੇ ਹਾਂ, ਸਿਫਤ ਸਲਾਹ ਕਰਦੇ ਹਾਂ, ਇਹ ਅੰਦਰ ਮਨ ਦੇ ਵਿੱਚ ਪਰਮਾਤਮਾ ਦੀ ਯਾਦ ਨੂੰ ਵਸਾਉਂਦੀ ਹੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਫਿਰ ਮਹਾਰਾਜ ਕਹਿੰਦੇ ਨਾਮ ਜਪਣ ਨਾਲ ਹੋਵੇਗਾ ਕਿ ਹਾਲਤ ਸੁਖ, ਪਾਲਤ ਸੁਖ, ਨਿਤ ਸੁਖ। ਨਿਤ ਸੁਖ ਸਿਮਰਨੋ, ਪਰਮਾਤਮਾ ਨੂੰ ਯਾਦ ਕਰਨ ਦੇ ਨਾਲ ਨਿਤ ਦਾ ਸੁਖ ਮਿਲ ਜਾਂਦਾ ਹੈ। ਨਿਤ ਦਾ ਸੁਖ ਪਤਾ ਕੀ ਹੈ? ਮੈਂ ਹੁਣੇ ਹੀ ਚੰਗਾ ਸਵਾਦਿਸ਼ਟ ਭੋਜਨ ਪ੍ਰਸੰਨ ਹੋ ਕੇ ਛਕ ਲਿਆ ਹੈ, ਚਲੋ ਉਦੋਂ ਮੈਨੂੰ ਸੁੱਖ ਮਿਲਿਆ। ਫਿਰ ਮੈਨੂੰ ਕੋਈ ਕਹੇ ਉਸ ਤੋਂ ਵੀ ਵਧੀਆ ਪਦਾਰਥ ਲਿਆ ਕੇ ਛਕੋ, ਮੈਂ ਨਹੀਂ ਛਕ ਪਾਵਾਂਗਾ। ਕੁਛ ਅੰਤਰਾ ਚਾਹੀਦਾ ਹੈ, ਫਿਰ ਭੁੱਖ ਲੱਗੇਗੀ, ਫਿਰ ਛਕਾਂਗਾ। ਲੇਕਿਨ ਬਾਣੀ ਦੇ ਵਿੱਚ ਐਸੀ ਕਿਰਪਾ ਕੀਤੀ ਹੈ, ਨਿਤ ਦਾ ਸੁੱਖ ਹੈ। ਜਦੋਂ ਪੜੋ ਉਦੋਂ ਹੀ ਸੁੱਖ, ਜਦੋਂ ਯਾਦ ਕਰੋ ਉਦੋਂ ਹੀ ਆਨੰਦ। ਇਹ ਨਿਤ ਦਾ ਸੁੱਖ ਹੈ। ਹਲਤ ਲੋਕ ਦਾ ਸੁੱਖ, ਸਤਿਗੁਰ ਸਿੱਖ ਕਾ ਹਾਲਤ। ਪਹਿਲੇ ਤੇ ਸੰਸਾਰਕ ਲੋੜਾਂ ਪੂਰੀਆਂ ਕਰ ਦਿੰਦਾ ਹੈ। ਪਲਤ ਉਹਦੇ ਕੋਲੋਂ ਇਹੋ ਜਿਹੇ ਮਾੜੇ ਕਰਮ ਹੁੰਦੇ ਹੀ ਨਹੀਂ ਕਿ ਪ੍ਰਲੋਕ ਦੇ ਵਿੱਚ ਉਸ ਨੂੰ ਸਾਸ ਨਾ ਮਿਲੇ, ਤਾੜ ਨਾ ਮਿਲੇ। ਫਿਰ ਨਿਤ ਦਾ ਸੁੱਖ ਉਹਨੂੰ ਮਿਲ ਜਾਂਦਾ ਹੈ। ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟਹਿ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਸੋ ਆਓ ਸ਼ਬਦ ਦੇ ਅਖਰੀ ਅਰਥ ਕਰਕੇ ਮੈਂ ਸਮਾਪਤੀ ਕਰਾਂ। ਸੋਰਠ ਮਹੱਲਾ ਪੰਜਵਾਂ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਪਾਰ ਬ੍ਰਹਮ ਮਦਦਗਾਰ ਬਣ ਗਿਆ ਹੈ, ਸਹਾਇਕ ਬਣ ਗਿਆ ਹੈ। ਹੁਣ ਜਦ ਕਥਾ ਸੁਣਦੇ ਆ ਆਨੰਦਿਤ ਹੋ ਜਾਂਦੇ ਆ, ਕੀਰਤਨ ਸੁਣਦੇ ਆ ਆਨੰਦਿਤ ਹੋ ਜਾਂਦੇ ਆ। ਪਰਮਾਤਮਾ ਮਦਦਗਾਰ ਬਣ ਗਿਆ। ਮੇਰਾ ਇੱਥੇ ਨਹੀਂ ਆ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਮੈਂ ਤੇ ਅੰਧੇਰੀ ਖੂਹੀ 'ਚ ਕੋਈ ਇਕੱਲੀ ਲਟਕਦੀ ਹੋਵੇ ਤੇ ਉਹਦੀ ਕੀ ਹਾਲਤ ਹੋਏਗੀ ਜਿੰਦ ਦੀ। ਵਿਧਣ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ। ਹੁਣ ਤੇ ਅੱਲਾ ਬੇਲੀ ਬਣ ਗਿਆ ਹੈ, ਮਦਦਗਾਰ ਬਣ ਗਿਆ ਹੈ, ਮਿੱਤਰ ਬਣ ਗਿਆ। ਤੋ ਮਹਾਰਾਜ ਕਹਿੰਦੇ ਨੇ ਪਾਰ ਬ੍ਰਹਮ ਹੋਆ ਸਹਾਈ।
कथा कीर्तन सुखदाई गुर पूरे की बाणी। परमात्मा ही गुरु है आद अंत एक अवतारा सोई गुरु समझो हमारा। ऐसा ना होवे फिर खोल देने नमस्कार तिस ही को हमारी सकल प्रजा जिन आप सवारी। जिन्हें सारी सृष्टि बनाई है वही साडा गुरु है। अपरंपर पार ब्रह्म परमेश्वर नानक गुर मिलिया सोई दियो। तो खैर महाराज कहते ने पार ब्रह्म हुआ सहाई कथा कीर्तन सुखदाई गुर पूरे की बाणी। जप आनंद करो नित प्राणी। नित आनंद लाओ नित उठ गावो प्रभु की बाणी। नित नित नामन राम सर कीजे गुर पूरे की बाणी। जप आनंद करो नित प्राणी हर साचा सिमरो भाई। हे भाई उस हरि नू जो सच्चा है ओनू याद करो। साध संग सदा सुख पाई है हर बिसर ना कबहू जाई। साध संगत विच बैठ के जिहड़ा आनंद बनदा है फिर आनंद अंदर बनिया रहिंदा है। परमात्मा भुलदा नहीं है। साध संग सदा सुख पाई है हर बिसर ना कबहू जाई। रहाओ साध संग सदा सुख पाई है हर बिसर ना कबहू जाई। बिग अमृत नाम परमेश्वर तेरा। हे परमेश्वर तेरा नाम अमृत है। तेरी बाणी अमृत है। अमृत पता किन्नू कहंदे ने मृत मृत्यु। ऐड़ा अगेतर ला दिए ते जिहदी कदी मृत्यु होए ही ना। अमृत ये तेरी सिफत सलाह दी बाणी अमृत है। तो अमृत नाम परमेश्वर तेरा जो सिमरै सो जीवै। जिहड़ा तेनू याद करदा उन्होंने आत्मक जीवन मिल जाता है। दरअसल जिउंदा ही वो है जिहदे कोल परमात्मा दी याद है। ते जिन्हों परमात्मा याद नहीं ना हैगा गुरु अर्जन देव जी कहते कितना भी वो महान होवे कुछ भी नहीं है। अत सुंदर कुलीन चतुर मुख ज्ञानी तनवंत मृतक कहीं है नानका जे प्रीत नहीं भगवंत। कोई तो महाराज कहते परमात्मा दे नाल प्रीत नहीं है तो की है मुर्दा है। सो जीवया जिस मन वसया सोए नानक अवर न जीवै कोय। जे जीवै पत लथी जाए सब हराम जेता किछ खाए। फरीदा पिछल रात ना जाग्यो जीवन दड़ो मोयो है। तो महाराज कहते अमृत नाम परमेश्वर तेरा जो सिमरै सो जीवै जिसनो कर्म प्राप्त होवे। कर्म नाम है बख्शिश दा। संस्कृत विच कर्म दे अर्थ ने कर्म जिहड़े असीं करदे हां ते उर्दू फारसी विच कर्म दे अर्थ ने बख्शिश। कहते जद मनुख परमात्मा दी बख्शिश दा पात्र बन जाता है। किवें बन जाता है? जिवें बच्चा पिता दे अनुसार चले ते पिता दी बख्शिश दा पात्र बन जाता है। इस तरह जदों असीं गुरु दे अनुसार चलांगे ते गुरु ते परमात्मा कोई दो नहीं हैं। इस करके असीं वो बख्शिश के पात्र बन जावांगे ते फिर ही मन निर्मल हुंदा है। मन दे विचों परमात्मा दा प्यार जिहड़ा है ना, एक डर हुंदा है डंडे वाला, एक डर हुंदा है प्यार वाला। एक परमात्मा दा डर ही है जो मनुख नूं निर्मल कर सकदा है। होर कोई तरीका नहीं कि बंदे दा मन निर्मल हो जाए। ये उहदी किरपा दे नाल जीव का मन निर्मल होंदा है। पता किवें? बाबा फरीद जी कहते ने पै पै तन खीण होए लोभ रत विचों जाए ज्यों बैसंतर धात शुद्ध होए त्यों हर का पाओ दुर्मत मैल गवाए। ये हरि दा पाओ जिहड़ा है ना, ये प्रेम वाला पाओ है। मेरा किसी महान व्यक्ति नाल संबंध बन गया है, बड़ा मेरा आदर मान हो रहा है, सुख बनया है। हुण मैं सोचांगा कि मेरे कोलों कोई इहो जिहा कर्म ना होवे कि इहदी निगाह दे विच मैं गिर जावां। ते अगर कोई इस तरह का कर्म हो जाता है तो जे किसी की निगाह च कोई गिरदा है ना, इहदों वड्डा दुख भी कोई नहीं है।
गिर जाए हिमालय से तो गम नहीं, गिर ना जाए इंसान की नज़र से। किसी ने तेनों बहुत महान मन्निया है, पर तू तो वो नहीं निकलिया। तो जे भै बनया रहे तो बड़ा आनंद है। परमात्मा का डर बंदे दे मन नूं निर्मल कर लैंदा है, उहदी बख्शिश दा पात्र बन जाता है, उहदे अनुसार चलता है। ये बाणी जद हिरदे च वसदी है ना, जिसनों कर्म प्राप्त होवै सो जन निर्मल थीवै। कहते ने हुणे शब्द पढ़िया सी, आहो सिख सतगुरु के प्यारिओ गावो सच्ची बाणी, बाणी तां गावो गुरु केरी, बाणियां सिर बाणी जिनको नदर कर्म हो हृदय तना समानी। तो अगे है महाराज कहते ने कि विघ्न विनाशन सब दुख नासन, गुर चरनी मन लागा। गुरु दे चरण, गुरु दे शब्द जद मन जेड़ा है उन्हां नाल सांझ पा लैंदा है, हिरदे चरण शब्द सतगुर को नानक बांधियो पाल, ते विघ्न विनाशन सब दुख नासन, सतगुर नाम दरड़ाया। ऐसी अवस्था जी है मिल जाती है। तो नाल इत्थे क्या गुण गावत अच्युत अविनाशी, वो जो अच्युत है, वो जो अविनाशी नाश तो रहता है, वो गुण गाउण दे नाल अंदर प्यार वधदा है, रंग जागदा है, होर जागदा है। अन दिन हर रंग जागा, मन सुचेत हो जाता है प्यार दे विच। फिर कहते ने मन इच्छे सोई फल पाए, हर की कथा सुहेली। ये जो हरि की कथा है, ये सारी बाणी परमात्मा की कथा है। कोई जिहड़ा इहदे नाल जुड़दा है तो की हुंदा है, मन इच्छे फलों की प्राप्ति हुंदी है। वो मन इच्छे फल पता किहड़े हुंदे ने, माड़ियां खाशां जिहड़ियां खत्म हो जांदियां ने ते चंगियां परमात्मा पूरियां कर दिंदा है। इनू कहंदे ने सभे इच्छा पूरियां, जां पाया अगम अपारा, गुरु नानक मिलिया पार, ब्रह्म तेरे चरणा को बलिहारा। हुण ते जिस रंग विच रखें उत्थे ही आनंद है। फिर आखिर ते है आद अंत मद नानक को, सो प्रभ होआ बेली। आद शुरुआत तो लैके अंत अखीर तक ते मध्य विचकार संसार विच परमात्मा ही एक ऐसा है जो हर वेले बंदे दे नाल रहिंदा है। पर इनू बंदा मित्र बनाउंदा नहीं, जिहड़ा बना लवे। गुरु अर्जन देव जी कहंदे ने आद अंत प्रभ सदा सहाई, धन हमारा मी।